संतां के कारज आप खलोया, संतां के कारज हर कम करावण आया राम। वाहिगुरू जी का खालसा, श्री वाहिगुरू जी की फतेह। ए मन आलस क्या करे, गुरमुख नाम ਧਿਆਏ। ਪੂਰਨ ਸਰਬ ਸ਼ਕਤੀ ਦੇ ਮਾਲਕ ਮਹਾਂਪੁਰਖਾਂ ਵੱਲੋਂ ਹਰ ਨਵੇਂ ਢੰਗ ਨਾਲ ਸੇਵਾ ਲੈਣ ਵਿੱਚ ਕਿਸੇ ਵੀ ਕੋਈ ਇਨਸਾਨ ਦੇ ਭਲੇ ਦੀ ਗੱਲ ਹੈ। ਸੇਵਕ ਵੱਲੋਂ ਕਿੰਤੂ ਕਰਨਾ ਹਨੇਰੀ ਨੂੰ ਠੱਲ ਪਾਉਣ ਵਾਲੇ ਦਰਖਤ ਸਮਾਨ ਹੈ, ਜੋ ਜੜ੍ਹਾਂ ਵੀ ਪਟਾ ਲੈਂਦਾ ਹੈ। ਤਤ ਪਰਤਾ ਸੇਵਕ ਦੀ ਅਸਲੀ ਸੇਵਾ ਦਾ ਪਹਿਲਾ ਪੜਾਅ ਹੈ। ਸੇਵਾ ਕਰਨ ਸਮੇਂ, ਨਾਮ ਸਿਮਰਨ ਸਮੇਂ ਤਿਆਰ ਬਰ ਤਿਆਰ ਰਹਿਣਾ ਅਤੀ ਜ਼ਰੂਰੀ ਹੈ। ਗੁਰਵਾਕ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਾਵਧਾਨ ਹੋਏ ਬਿਨਾ ਇਕਾਗਰਤਾ ਨਹੀਂ ਆ ਸਕਦੀ। ਬਾਬਾ ਜੀ ਦੇ ਸਮੇਂ ਪਾਣੀ ਦੀ ਬਹੁਤ ਘਾਟ ਸੀ। ਡੇਰੇ ਵਿੱਚ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਡੇਰੇ ਸਾਹਮਣੇ ਇੱਕ ਮੰਦਰ ਹੈ, ਉਸ ਵਿਚਲੀ ਖੂਹੀ ਤੋਂ ਪਾਣੀ ਲਿਆਂਦਾ ਜਾਂਦਾ ਸੀ। ਭਾਈ ਨੀਲਾ ਸਿੰਘ ਪਾਣੀ ਭਰਨ ਵਾਲਾ ਬੋਕਾ ਜਾਨੀ ਡੋਲ ਖਿੱਚਦਾ ਸੀ ਅਤੇ ਬਾਕੀ ਸੰਗਤ ਪਾਣੀ ਘੜਿਆਂ ਜਾਂ ਬਾਲਟੀਆਂ ਨਾਲ ਢੋਂਦੀ ਹੁੰਦੀ ਸੀ। ਡੇਰੇ ਵਿੱਚ ਕਾਫੀ ਵੱਡੇ ਵੱਡੇ ਮੱਟ ਭਰਦੇ ਹੁੰਦੇ ਸਨ। ਬਾਬਾ ਜੀ ਜਦ ਇਸ਼ਨਾਨ ਕਰਦੇ ਤਾਂ ਵੀ ਕਾਫੀ ਪਾਣੀ ਵਰਤਦੇ ਸਨ। ਇੱਕ ਵਾਰੀ ਸੰਗਤਾਂ ਨੇ ਵਿਚਾਰ ਕੀਤੀ ਕਿ ਬਾਬਾ ਜੀ ਕੋਲ ਕਾਫੀ ਅਮੀਰ ਲੋਕ ਆਉਂਦੇ ਹਨ, ਆਪਾਂ ਬੇਨਤੀ ਕਰਕੇ ਡੇਰੇ ਵਿੱਚ ਹੀ ਖੂਹੀ ਲਗਵਾ ਲਈਏ। ਕਈ ਅਮੀਰ ਆਦਮੀ ਸੇਵਾ ਮੰਗਦੇ ਹਨ, ਘੱਟ ਸੇਵਕਾਂ ਨਾਲ ਵੱਧ ਪਾਣੀ ਕੱਢ ਲਿਆ ਕਰਾਂਗੇ। ਇਹ ਵਿਚਾਰ ਕਰਕੇ ਬਾਬਾ ਜੀ ਪਾਸ ਬੇਨਤੀ ਕਰ ਦਿੱਤੀ, ਮਹਾਰਾਜ ਆਗਿਆ ਦੇਵੋ ਤਾਂ ਕਿਸੇ ਅਮੀਰ ਆਦਮੀ ਨੂੰ ਕਹਿ ਕੇ ਡੇਰੇ ਵਿੱਚ ਖੂਹੀ ਲੱਗ ਜਾਵੇ। ਖੂਹੀ ਮੰਦਰ ਵਾਲੀ ਦੂਰ ਪੈਂਦੀ ਹੈ। ਬੇਨਤੀ ਸੁਣਨ ਉਪਰੰਤ ਹਜ਼ੂਰ ਨੇ ਹੁਕਮ ਕੀਤਾ, ਪਾਣੀ ਵਿਚਕਾਰਲੇ ਖੂਹ ਤੋਂ ਲਿਆਂਦਾ ਜਾਵੇ। ਇਹ ਖੂਹੀ ਨੇੜੇ ਹੈ। ਹੁਕਮ ਅਨੁਸਾਰ ਪਾਣੀ ਵਿਚਕਾਰਲੇ ਖੂਹ ਤੋਂ ਆਉਣ ਲੱਗ ਪਿਆ। ਫਿਰ ਸੇਵਕਾਂ ਨੇ ਬੇਨਤੀ ਕਰਨ ਦੀ ਖੇਚਲ ਨਹੀਂ ਕੀਤੀ। ਡਰ ਗਏ, ਕਿਉਂਕਿ ਜੇ ਫਿਰ ਬੇਨਤੀ ਕੀਤੀ ਤਾਂ ਕਿਧਰੇ ਬੇਗੇ ਲਹਿਰੇ ਪਿੰਡ ਤੋਂ ਪਾਣੀ ਲਿਆਉਣ ਦਾ ਹੁਕਮ ਨਾ ਲਾ ਦੇਣ। ਇਹ ਪ੍ਰਸੰਗ ਸੰਤ ਬਾਬਾ ਖੇਮ ਸਿੰਘ ਜੀ ਡੇਰਾ ਰੂਮੀ ਵਾਲਾ ਭੁੱਚੋ ਕਲਾਂ ਦੇ ਮੁਖਾਰਬਿੰਦ ਤੋਂ ਪ੍ਰਾਪਤ ਹੋਇਆ। ਭੁੱਚੋ ਖੁਰਦ ਦੇ ਰਹਿਣ ਵਾਲਾ ਗੰਗਾ ਸਿੰਘ ਭਲੇਰੀਆ ਦੇ ਘਰ 3 ਲੜਕੇ ਹੋ ਕੇ ਗੁਜ਼ਰ ਗਏ ਸਨ। ਅੱਗੇ ਔਲਾਦ ਦੀ ਆਸ ਉਮੀਦ ਛੱਡ ਦਿੱਤੀ। ਇੱਕ ਦਿਨ ਦੋਨੋਂ ਗੰਗਾ ਸਿੰਘ ਭਲੇਰੀਆ ਅਤੇ ਉਸਦੀ ਪਤਨੀ ਹਜ਼ੂਰ ਪਾਸ ਆਏ, ਨਮਸਕਾਰ ਕੀਤੀ ਅਤੇ ਬੈਠ ਗਏ। ਬਾਬਾ ਜੀ ਪ੍ਰਸੰਨਤਾ ਵਿੱਚ ਬੈਠੇ ਸਨ ਤਾਂ ਉੱਚੀ ਆਵਾਜ਼ ਵਿੱਚ ਕਹਿਣ ਲੱਗੇ, ਦੱਸੋ ਕਿਵੇਂ ਆਏ? ਦਰਸ਼ਨਾਂ ਲਈ ਆਏ ਕਿ ਕੋਈ ਪ੍ਰਸ਼ਨ ਵੀ ਹੈ? ਅੰਤਰਜਾਮੀ ਸਭ ਕੁਝ ਜਾਣਦੇ ਵੀ ਅਣਜਾਣ ਬਣ ਜਾਂਦੇ ਸਨ। ਗੰਗਾ ਸਿੰਘ ਤਾਂ ਚੁੱਪ ਰਿਹਾ। ਮਾਈ ਨੇ ਕਿਹਾ, ਮਹਾਰਾਜ ਸਾਡੇ 3 ਲੜਕੇ ਹੋਏ ਸਨ ਜੋ ਵਿਛੋੜਾ ਦੇ ਗਏ। ਹੁਣ ਬੇਆਸ ਹੋ ਗਏ ਹਾਂ। ਜੇ ਆਪ ਮਿਹਰ ਕਰੋ ਤਾਂ ਸੁੱਕੇ ਬ੍ਰਿਸ਼ ਵੀ ਹਰੇ ਹੋ ਜਾਂਦੇ ਹਨ। ਬੱਚੇ ਦੀ ਦਾਤ ਬਖਸ਼ ਦਿਓ। ਆਪ ਸਭ ਦੇ ਦੁੱਖ ਨਿਵਾਰਨ ਵਾਲੇ ਸਰਬ ਸ਼ਕਤੀਮਾਨ ਹੋ।
ਗੰਗਾ ਸਿੰਘ ਦੀ ਬੇਨਤੀ ਸੁਣ ਕਰਕੇ ਆਪ ਹੋਏ ਪ੍ਰਸੰਨ ਇੱਕ ਵੇਰ ਦੇ ਨਾਲ ਕੁਝ ਚਿਰ ਧਰੋ ਧੀਰਜ ਬੈਠੋ ਘਰ ਜਾ ਕੇ ਪੁੱਤਰ ਹੋਵੇ 2 ਸਾਲ ਦੀ ਦੇਰ ਦੇ ਨਾਲ। ਆਪ ਜੀ ਨੇ ਹੁਕਮ ਕੀਤਾ ਕਿ 3 ਦਿਨ ਬਾਅਦ ਨੱਕ ਬਿੰਨ ਦੇਣਾ ਹੈ। ਸੋ ਹੁਕਮ ਅਨੁਸਾਰ 2 ਸਾਲ ਬਾਅਦ ਪੁੱਤਰ ਹੋਇਆ। ਜਨਮ ਤੋਂ 3 ਦਿਨ ਬਾਅਦ ਹੁਕਮ ਅਨੁਸਾਰ ਨੱਕ ਬਿੰਨ ਦਿੱਤਾ। ਉਸ ਦਾ ਨਾਮ ਰੱਖਿਆ ਨੱਥੂ ਸਿੰਘ। ਉਸ ਤੋਂ ਬਾਅਦ ਹੋਰ ਬੱਚੇ ਹੋਏ। ਨੱਥੂ ਸਿੰਘ ਇਹ ਬਚਨ ਲਿਖਣ ਤੱਕ ਮੌਜੂਦ ਹੈ। ਇਹ ਬਚਨ ਲਛਮਣ ਸਿੰਘ ਭਲੇਰੀਆ ਤੋਂ ਮਿਲਿਆ। ਹਰ ਅਰਾਧ ਸਭੋ ਕਿਛ ਪਾਈਐ, ਕਾਰਜ ਸਗਲੇ ਸਾਧੋ। ਹਰੀ ਦਾ ਨਾਮ ਸਿਮਰਨ ਨਾਲ ਹਰ ਪਦਾਰਥ ਖੁਸ਼ੀਆਂ ਪਾਈਆਂ ਗਈਆਂ ਹਨ। ਸਾਰੇ ਕੰਮ ਆਪਣੇ ਆਪ ਸੁੱਧ ਹੋ ਜਾਂਦੇ ਹਨ। ਮਨੁੱਖੀ ਸਰੀਰ ਵਿੱਚ ਪ੍ਰਵੇਸ਼ ਹੋ ਕੇ ਪਰਮੇਸ਼ਰ ਆਪ ਜਗਤ ਤਮਾਸ਼ਾ ਦੇਖਣ ਆਉਂਦਾ ਹੈ। ਉਸ ਦੀ ਮਿਹਰ ਕੁੱਲੀਆਂ ਨੂੰ ਮਹਿਲ ਤੇ ਕਰੋਪੀ ਕੰਗਾਲੀ ਪੱਲੇ ਪਾ ਦਿੰਦੀ ਹੈ। ਰਹਿਮਤ ਦੀ ਨਦਰ ਮਸਤਕ ਦੀਆਂ ਲਕੀਰਾਂ ਬਦਲ ਦਿੰਦੀ ਹੈ। ਬੂਟੇ ਨੂੰ ਦਿੱਤਾ ਪਾਣੀ ਮਿੱਠੇ ਫਲ ਦਿੰਦਾ ਹੈ। ਹਰੀ ਦੀ ਅਰਾਧਨਾ ਨਾਲ ਨਿਮਰਤਾ, ਸਹਿਣਸ਼ੀਲਤਾ ਤੇ ਸ਼ਾਂਤੀ ਦੇ ਫਲ ਲੱਗਦੇ ਹਨ। ਪੁੱਚੋ ਕਲਾਂ ਪੱਤੀ ਗਿੱਲ ਦੀ ਰਹਿਣ ਵਾਲੀ ਮਾਈ ਭਾਗ ਕੌਰ ਭਾਗੋ ਸੇਵਾ ਕਰਿਆ ਕਰਦੀ ਸੀ। ਮਾਈ ਦੇ ਪੇਕੇ ਉਭੇ ਪਿੰਡ ਸੀ। ਵੱਡੀ ਬਿਮਾਰੀ ਪੈਣ ਸਮੇਂ ਮਾਈ ਦਾ ਪੇਕੇ ਪਰਿਵਾਰ ਜੋ ਕਾਫੀ ਵੱਡਾ ਸੀ, ਘੁਣ ਵਾਂਗ ਖੁਰ ਗਿਆ। ਸਿਰਫ 3 ਮੈਂਬਰ ਹੀ ਰਹਿ ਗਏ। ਮਾਈ ਦੇ 2 ਭਤੀਜੇ ਗੱਜਣ ਸਿੰਘ, ਗੰਡਾ ਸਿੰਘ ਅਤੇ ਇੱਕ ਭਤੀਜੇ ਨੂੰ ਰਤਨ ਕੌਰ ਬਚੇ ਸਨ। ਰਤਨ ਕੌਰ ਨੇ ਗੰਡਾ ਸਿੰਘ ਨੂੰ ਅਪਣਾ ਲਿਆ, ਜਾਨੀ ਇਸ 'ਤੇ ਚਾਦਰ ਪਾ ਲਈ। ਮਾਈ ਨੂੰ ਮਿਲਣ ਜੁਲਣ ਲਈ ਗੰਡਾ ਸਿੰਘ ਅਤੇ ਰਤਨ ਕੌਰ ਆ ਗਏ। ਪਰਿਵਾਰ ਦਾ ਦੁੱਖ ਸੁੱਖ ਕੀਤਾ। ਮਾਈ ਸਤਸੰਗ ਕਰਨ ਵਾਲੀ ਸੀ। ਸਤਸੰਗੀ ਸੰਗਤ ਵੱਲ ਮਨ ਨੂੰ ਲਾਏਗਾ, ਦੁਨਿਆਵੀ ਬੰਦਾ ਹੋਰ ਪਾਸੇ ਲਾਏਗਾ। ਬਾਬਾ ਜੀ ਦੇ ਦਰਸ਼ਨਾਂ ਲਈ ਮਾਈ ਨੇ ਗੰਡਾ ਸਿੰਘ ਤੇ ਰਤਨ ਕੌਰ ਨੂੰ ਪ੍ਰੇਰਿਆ। ਜਿਵੇਂ ਬਾਣੀ ਵਿੱਚ ਫਰਮਾਨ ਹੈ, ਉਸੇ ਤਰ੍ਹਾਂ ਮਾਈ ਨੇ ਆ ਕੇ ਭਰੇ ਮਨ ਨਾਲ ਬੇਨਤੀ ਕੀਤੀ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਮਾਈ ਨੇ ਗੰਡਾ ਸਿੰਘ ਦੇ ਘਰ ਔਲਾਦ ਦੀ ਕਾਮਨਾ ਕੀਤੀ। ਗਰੀਬ ਨਵਾਜ ਕਿਰਪਾ ਕਰੋ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ। ਬਾਬਾ ਜੀ ਨੇ ਬਚਨ ਕੀਤਾ, ਮਾਈ ਆਪਣੀ ਕਮਾਈ ਕੋਈ ਨਹੀਂ ਵੰਡਦਾ, ਆਪ ਕਰੇ ਤੇ ਉਸ ਦਾ ਫਲ ਜੋ ਚਿਤਵੇ ਲੈ ਲਵੇ। ਆਪੇ ਬੀਜ ਆਪੇ ਹੀ ਖਾਓ। ਜੇ ਛੇਤੀ ਚਾਹੁੰਦੀ ਹੈ ਤਾਂ ਆਪਣੀ ਕਮਾਈ ਵਿੱਚੋਂ ਦੇ ਦੇ। ਮਾਈ ਨੇ ਬੇਨਤੀ ਕੀਤੀ, ਮਹਾਰਾਜ ਜੀ ਮੇਰੀ ਕਮਾਈ ਵਿੱਚੋਂ ਦੇ ਦਿਓ, ਇਹਨਾਂ ਦੇ ਔਲਾਦ ਹੋ ਜਾਵੇ, ਮੇਰੀ ਸੇਵਾ ਲਾ ਦਿਓ ਜਾਂ ਆਪਣੇ ਕੋਲੋਂ ਦਿਓ, ਤੁਸੀਂ ਆਪ ਮਾਲਕ ਹੋ। ਬਾਬਾ ਜੀ ਨੇ ਬਚਨ ਕੀਤਾ, ਸੁੱਧ ਹੈ, ਇਸ ਤਰ੍ਹਾਂ ਕਰੋ, ਗੱਡੀ ਮੋੜ ਕੇ ਸਾਡੇ ਗ੍ਰੰਥੀ ਭਾਈ ਵਰਿਆਮ ਸਿੰਘ ਤੇ ਮਾਈ ਨੂੰ ਲੈ ਜਾਓ, ਇਹਨਾਂ ਦੀ ਸੇਵਾ ਕਰਨੀ ਹੈ, ਗੁਰੂ ਨਾਨਕ ਪਾਤਸ਼ਾਹ ਭਲੀ ਕਰਨਗੇ। ਬਾਬਾ ਜੀ ਦੇ ਹੁਕਮ ਅਨੁਸਾਰ ਪਾਠ ਕਰਾਇਆ। ਮਾਈ ਨੇ ਸੇਵਾ ਕੀਤੀ। ਸਮਾਂ ਪਾ ਕੇ ਗੰਡਾ ਸਿੰਘ ਤੇ ਰਤਨ ਕੌਰ ਦੇ ਘਰ 5 ਲੜਕੇ ਅਤੇ 1 ਲੜਕੀ ਪੈਦਾ ਹੋਈ, ਜਿਨ੍ਹਾਂ ਦਾ ਪਰਿਵਾਰ ਉਭੇ ਪਿੰਡ ਵਿੱਚ ਮੌਜੂਦ ਹੈ।
ਰਤਨ ਕੌਰ ਜਿੰਨਾ ਚਿਰ ਜਿਉਂਦੀ ਰਹੀ ਦਰਸ਼ਨ ਕਰਨ ਆਉਂਦੀ ਅਤੇ ਸੇਵਾ ਕਰਦੀ ਰਹੀ। ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਇਹ ਪ੍ਰਸੰਗ ਸਰਦਾਰ ਲਛਮਣ ਸਿੰਘ ਭਲੇਰੀਆਂ ਤੋਂ ਮਿਲਿਆ। ਏਕ ਏਕ ਕੀ ਪੀਰ ਪਛਾਨੇ, ਘਟ ਘਟ ਕੇ ਪਟ ਪਟ ਕੀ ਜਾਣੇ। ਸ੍ਰਿਸ਼ਟੀ ਦੇ ਸਿਰਜਣਹਾਰ ਹਰ ਜੀਵ ਦੀ ਤਕਦੀਰ ਦੇ ਬਾਨੀ ਹਨ। ਤਕਦੀਰ ਦੇ ਹਰ ਲਫ਼ਜ਼ ਪੜ੍ਹਨ ਦੀ ਸਮਰੱਥਾ ਹੈ ਮਹਾਂਪੁਰਖਾਂ ਵਿੱਚ। ਮਨ ਜੋ ਪ੍ਰਭੂ ਦੇ ਭਗਤਾਂ ਦੇ ਵਸ ਹੈ, ਉਸ ਦੇ ਅੰਦਰ ਉੱਠਦੇ ਸਿਰਨਾਵੇਂ ਮਹਾਂਪੁਰਖ ਦੂਰੋਂ ਹੀ ਪੜ੍ਹ ਲੈਂਦੇ ਹਨ। ਹਰ ਇੱਕ ਦੇ ਘੱਟ ਘੱਟ ਦੇ ਜਾਣੂ ਹੁੰਦੇ ਹਨ। ਮੁਨਸ਼ੀ ਸਿੰਘ ਬਾਬਾ ਜੀ ਦਾ ਸੇਵਾਦਾਰ ਸੇਵਾ ਕਰਦਾ ਰਹਿੰਦਾ ਸੀ। ਇੱਕ ਦਿਨ ਬਾਬਾ ਜੀ ਦੀ ਹਜ਼ੂਰੀ ਵਿੱਚੋਂ ਕੁਝ ਮਾਇਆ ਹੱਥ ਲੱਗ ਗਈ ਤਾਂ ਇਸ ਨੇ ਚੁੱਕ ਲਈ। ਮਨ ਲਾਲਚ ਵਿੱਚ ਆ ਜਾਵੇ ਤਾਂ ਥੋੜ੍ਹੇ ਪਿੱਛੇ ਬੇਈਮਾਨ ਹੋ ਜਾਵੇ। ਜੇ ਨਾ ਹੋਵੇ ਤਾਂ ਲੱਖਾਂ ਦੀ ਵੀ ਪਰਵਾਹ ਨਾ ਕਰੇ। ਫੁਰਮਾਨ ਹੈ, ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ। 25 ਰੁਪਏ ਤੇ ਮਨ ਭਰਮ ਗਿਆ। ਪੈਸੇ ਚੁੱਕ ਕੇ ਪਿੰਡ ਨੂੰ ਤੁਰ ਪਿਆ। ਤੁਰਦਾ ਤੁਰਦਾ ਭੁੱਚੋ ਦੀ ਹੱਦ ਟੱਪਣ ਲੱਗਾ ਤਾਂ ਇਉਂ ਮਾਲੂਮ ਹੋਇਆ ਜਿਵੇਂ ਨਜ਼ਰ ਬੰਦ ਹੋ ਗਈ ਹੋਵੇ। ਹੈਰਾਨ ਜਿਹਾ ਹੋ ਕੇ ਰੁਕ ਗਿਆ। ਪਿੱਛੇ ਮੁੜ ਕੇ ਦੇਖੇ ਤਾਂ ਸਭ ਕੁਝ ਦਿਸਣ ਲੱਗ ਜਾਵੇ, ਅੱਗੇ ਤਾਂ ਕੁਝ ਨਾ ਦਿਸੇ। ਇਸ ਤਰ੍ਹਾਂ ਕਈ ਵਾਰ ਹੋਇਆ। ਆਖਿਰ ਪਿੱਛੇ ਮੁੜ ਪਿਆ। ਪਿੰਡ ਦੇ ਹੀ ਰਜਵਾਹਾ ਜੋੜਿਆਂ ਵਾਲਾ ਤੇ ਪਹੁੰਚ ਗਿਆ। ਉਸ ਦੀ ਜਾਣ ਪਛਾਣ ਵਾਲਾ ਨੰਬਰਦਾਰ ਲਾਲ ਸਿੰਘ ਉੱਥੇ ਹਾੜੀ ਦੀ ਵਾਢੀ ਕਰ ਰਿਹਾ ਸੀ। ਉੱਥੇ ਬੈਠ ਕੇ ਉਸਨੇ ਲਾਲ ਸਿੰਘ ਨੂੰ ਸਾਰੀ ਵਿਥਿਆ ਸੁਣਾ ਦਿੱਤੀ। ਮੈਂ ਬੜੀ ਗਲਤੀ ਕੀਤੀ ਹੈ, ਪੈਸੇ ਚੋਰੀ ਕਰਕੇ ਚੱਲਿਆ ਹਾਂ। ਬਾਬਾ ਜੀ ਨੇ ਐਸੀ ਕਰਾਮਾਤ ਦਿਖਾਈ। ਅੱਗੇ ਜਾਂਦਾ ਹਾਂ ਤਾਂ ਕੁਝ ਨਜ਼ਰ ਨਹੀਂ ਆਉਂਦਾ, ਪਿੱਛੇ ਜਾਂਦਾ ਹਾਂ ਤਾਂ ਦਿਸਣ ਲੱਗ ਜਾਂਦਾ ਹੈ। ਇਹ ਪੈਸੇ ਤੂੰ ਬਾਬਾ ਜੀ ਕੋਲ ਪਹੁੰਚਾ ਦੇਵੀਂ। ਲਾਲ ਸਿੰਘ ਨੇ ਕਿਹਾ, ਮੁਨਸ਼ੀ ਤੂੰ ਡਰ ਨਾ, ਮੈਂ ਤੇਰੇ ਨਾਲ ਚੱਲ ਕੇ ਤੈਨੂੰ ਮਾਫੀ ਲਈ ਬੇਨਤੀ ਕਰ ਦਿੰਦਾ ਹਾਂ। ਮਹਾਂਪੁਰਖ ਦਿਆਲੂ ਹੁੰਦੇ ਹਨ, ਉਹ ਤੈਨੂੰ ਜ਼ਰੂਰ ਮਾਫ ਕਰ ਦੇਣਗੇ। ਗੁਣ ਔਗਣ ਨਹੀਂ ਚਿਤਾਰਦੇ। ਲਾਲ ਸਿੰਘ, ਮੈਨੂੰ ਬਹੁਤ ਸ਼ਰਮ ਆ ਰਹੀ ਹੈ। ਮੈਂ ਬਾਬਾ ਜੀ ਦੇ ਸਾਹਮਣੇ ਨਹੀਂ ਹੋ ਸਕਾਂਗਾ। ਮੇਰੇ ਵਿੱਚ ਇਤਨੀ ਹਿੰਮਤ ਵੀ ਨਹੀਂ ਰਹੀ ਕਿ ਮੈਂ ਜਾ ਕੇ ਮਾਫੀ ਮੰਗ ਸਕਾਂ। ਮੁਨਸ਼ੀ ਨੇ ਤਰਲਾ ਕੀਤਾ। ਇੰਨੀ ਗੱਲ ਆਖ ਕੇ ਮੁਨਸ਼ੀ 25 ਰੁਪਏ ਲਾਲ ਸਿੰਘ ਨੂੰ ਫੜਾ ਕੇ ਚਲਾ ਗਿਆ। ਨੰਬਰਦਾਰ ਲਾਲ ਸਿੰਘ ਦੇ ਲੜਕੇ ਪਿਤਾ ਨੂੰ ਹੱਸਣ ਲੱਗੇ। ਆਪਾਂ ਬਿਨਾਂ ਪੈਸਿਆਂ ਦੀ ਹਾੜੀ ਨਾ ਕਟਾ ਲਈਏ, ਦਿਹਾੜੀ ਵਾਲੇ ਲਿਆ ਕੇ ਬਾਕੀ ਘਿਓ ਲੈ ਕੇ ਖਾ ਲਈਏ। ਲਾਲ ਸਿੰਘ ਕਹਿਣ ਲੱਗੇ, ਪਹਿਲਾਂ ਮੁਨਸ਼ੀ ਸਿੰਘ ਨੇ ਤਾਂ ਘਿਓ ਖਾ ਲਿਆ ਹੈ, ਹੁਣ ਤੁਸੀਂ ਵੀ ਕੁਝ ਦੇਖਣਾ ਹੈ। ਇਹ ਅਮਾਨਤ ਮੈਂ ਹੁਣੇ ਹੀ ਦੇ ਕੇ ਆਉਂਦਾ ਹਾਂ। ਦਿਨ ਦੇ ਛਿਪਣ ਤੋਂ 1 ਘੰਟਾ ਕੁ ਪਹਿਲਾਂ ਨੰਬਰਦਾਰ ਪੈਸੇ ਲੈ ਕੇ ਬਾਬਾ ਜੀ ਪਾਸ ਪਹੁੰਚ ਗਿਆ। ਨਮਸਕਾਰ ਕਰਕੇ ਬੈਠ ਗਿਆ। ਬਾਬਾ ਜੀ ਨੇ ਬਚਨ ਕੀਤਾ, ਆਓ ਨੰਬਰਦਾਰ ਜੀ, ਅੱਜ ਕਿਸ ਤਰ੍ਹਾਂ ਆਉਣੇ ਹੋਏ। ਨੰਬਰਦਾਰ ਨੇ ਮੁਨਸ਼ੀ ਸਿੰਘ ਦੀ ਸਾਰੀ ਕਹਾਣੀ ਸੁਣਾ ਦਿੱਤੀ। ਜੋ 25 ਰੁਪਏ ਲੈ ਕੇ ਗਿਆ ਸੀ, ਉਹ ਪੈਸੇ ਮੈਨੂੰ ਫੜਾ ਕੇ ਕਹਿ ਗਿਆ ਕਿ ਬਾਬਾ ਜੀ ਪਾਸ ਪਹੁੰਚਾ ਦੇਣੇ। ਮੈਂ ਇਹ ਪੈਸੇ ਦੇਣ ਆਇਆ ਹਾਂ, ਆਪਣੀ ਅਮਾਨਤ ਸਾਂਭ ਲਵੋ। ਮੈਂ ਉਸ ਨੂੰ ਬਹੁਤ ਕਿਹਾ ਕਿ ਤੂੰ ਨਾਲ ਹੀ ਚੱਲ, ਤੈਨੂੰ ਮਾਫੀ ਦੇ ਦੇਣਗੇ।
ਬਾਬਾ ਜੀ ਨੇ ਹੱਸ ਕੇ ਬਚਨ ਕੀਤਾ, ਤੁਸੀਂ ਹਾੜੀ ਵੱਢ ਲੈਂਦੇ, ਮੁੰਡਿਆਂ ਨੂੰ ਘਿਓ ਲੈ ਦਿੰਦੇ। ਮਹਾਰਾਜ ਮਾफ़ ਕਰੋ, ਮੁੰਡਿਆਂ ਨੇ ਮਜ਼ਾਕ ਵਿੱਚ ਗੱਲ ਕਹੀ ਸੀ। ਇਹ ਬਚਨ ਕਰਕੇ ਲਾਲ ਸਿੰਘ ਆਗਿਆ ਲੈ ਕੇ ਘਰ ਚਲਾ ਗਿਆ। ਹਜ਼ੂਰ ਬਾਬਾ ਜੀ ਦੇ ਚੋਲਾ ਤਿਆਗ ਦੇਣ ਤੋਂ ਬਾਅਦ ਡਾਲੀ ਦੀ ਸੇਵਾ ਨੀਲਾ ਸਿੰਘ ਕਰਦਾ ਹੁੰਦਾ ਸੀ। ਇੱਕ ਬੱਗੇ ਰੰਗ ਦਾ ਸਾਨ ਢੱਗਾ ਹੁੰਦਾ ਸੀ। ਹਜ਼ੂਰ ਇਸ ਦੀ ਸੇਵਾ ਆਪਣੀ ਦੇਖ ਰੇਖ ਹੇਠ ਕਰਾਉਂਦੇ ਸਨ। ਇੱਕ ਦਿਨ ਸੇਵਕ ਪੁੱਛ ਬੈਠੇ, ਮਹਾਰਾਜ ਇਸ ਦੀ ਇੰਨੀ ਸੇਵਾ ਕਿਉਂ ਕਰਵਾਉਂਦੇ ਹੋ? ਤਾਂ ਉੱਤਰ ਦਿੰਦੇ ਸਨ, ਭਾਈ ਇਹ ਕਿਸੇ ਸਮੇਂ ਇਹ ਸਾਡਾ ਭਾਈ ਹੁੰਦਾ ਸੀ, ਹੁਣ ਇਸ ਦੀ ਕਲਿਆਣ ਕਰਨੀ ਹੈ। ਇੱਕ ਵਾਰ ਗਰਮੀ ਦੀ ਰੁੱਤ ਵਿੱਚ ਦੁੱਧ ਦੀ ਬਹੁਤ ਕਮੀ ਹੋ ਗਈ। ਹਜ਼ੂਰ ਨੇ ਨੀਲਾ ਸਿੰਘ ਤੇ ਹੋਰ ਸੰਗਤ ਨੂੰ ਬੱਕਰੀਆਂ ਦਾ ਦੁੱਧ ਕਢਵਾ ਕੇ ਲੈ ਆਉਣ ਦਾ ਹੁਕਮ ਦਿੱਤਾ। ਪੈਸੇ ਦੇ ਕੇ ਸੇਵਕਾਂ ਨੂੰ ਭੇਜਣਾ ਤਾਂ ਬੱਕਰੀਆਂ ਵਾਲਿਆਂ ਨੇ ਪੈਸੇ ਨਾ ਲੈਣੇ। ਫਿਰ ਹੁਕਮ ਦਿੱਤਾ, ਜਿੰਨਾ ਦੁੱਧ ਤੁਸੀਂ ਆਪ ਦਿਓਗੇ ਉਸ ਦੇ ਪੈਸੇ ਨਾ ਲਓ, ਪਰ ਜਿਹੜਾ ਅਸੀਂ ਮੰਗ ਕੇ ਲਵਾਂਗੇ ਉਸ ਦੇ ਪੈਸੇ ਲੈਣੇ ਪੈਣਗੇ। ਇੱਕ ਵਾਰ ਕੁਝ ਪ੍ਰੇਮੀ ਸੰਗਤ ਵਿੱਚ ਬੈਠੇ ਸਨ। ਗਰਮੀ ਕਾਫੀ ਸੀ, ਹਵਾ ਬਿਲਕੁਲ ਬੰਦ ਹੋ ਗਈ ਸੀ। ਕਹਿਣ ਲੱਗੇ, ਮਹਾਰਾਜ ਅੱਜ ਹਵਾ ਬੰਦ ਹੈ। ਅੱਗੋਂ ਕਹਿਣ ਲੱਗੇ, ਜੇ ਚਾਹੁੰਦੇ ਹੋ ਤਾਂ ਹਨੇਰੀ ਚਲਾ ਦਈਏ। ਹੁਕਮ ਦਿੱਤਾ, ਸਾਡੇ ਪੁਰਾਣੇ ਕੱਪੜੇ ਅਤੇ ਸਮਾਨ ਬਾਹਰ ਕੱਢੋ। ਹੁਕਮ ਅਨੁਸਾਰ ਸਮਾਨ ਬਾਹਰ ਕੱਢਿਆ ਤਾਂ ਹਨੇਰੀ ਚੱਲ ਪਈ। ਫਿਰ ਸਾਰਾ ਸਮਾਨ ਅੰਦਰ ਰਖਵਾ ਦਿੱਤਾ ਤਾਂ ਹਨੇਰੀ ਬੰਦ ਹੋ ਗਈ। ਇਹੋ ਜਿਹੇ ਕੌਤਕ ਕਰਦੇ ਸਨ, ਪਰ ਆਪਣਾ ਭੇਦ ਕਿਸੇ ਨੂੰ ਨਹੀਂ ਲੱਗਣ ਦਿੱਤਾ। ਸਬਰ ਅੰਦਰ ਸਾਬਰੀ, ਤਨ ਐਵੇਂ ਜਾਲੇਨ, ਹੋਣ ਨਜ਼ਦੀਕ ਖੁਦਾਏ ਦੇ, ਭੇਤ ਨ ਕਿਸੇ ਦੇਨ। ਇਹ ਬਚਨ ਬੰਦਾ ਸਿੰਘ ਗਿੱਲ ਤੋਂ ਪ੍ਰਾਪਤ ਹੋਏ। ਮਨ ਰੇ ਹੁਕਮ ਮਨ ਸੁਖ ਹੋਏ। ਮਹਾਂਪੁਰਖਾਂ ਦੇ ਹੁਕਮ ਵਿੱਚ ਰਹਿਣਾ ਮਨੁੱਖ ਦੇ ਭਲੇ ਲਈ ਚਾਰ ਦੀਵਾਰੀ ਹੈ। ਲਛਮਣ ਰੇਖਾ ਪਾਰ ਕੀਤੀ। ਸੀਤਾ ਨੇ ਤਾਂ ਸੋਨੇ ਦੀ ਲੰਕਾ ਦਾ ਨਾਸ਼ ਹੋਇਆ। ਆਉਣ ਵਾਲੇ ਹਰ ਪਲ ਦੇ ਜਾਚਕ ਮਨੁੱਖ ਦੇ ਭਲੇ ਲਈ ਹੁਕਮ ਦੀ ਵਾੜ ਕਰਦੇ ਹਨ। ਹੁਕਮ ਦੀ ਉਲੰਘਣਾ ਕਸ਼ਟ ਨੂੰ ਬੁਲਾਵਾ ਦੇਣਾ ਹੈ। ਭਾਈ ਵੀਰ ਸਿੰਘ ਬਾਬਾ ਜੀ ਦਾ ਇੱਕ ਸੇਵਕ ਸੀ। ਤਨ ਮਨ ਧਨ ਕਰਕੇ ਸੇਵਾ ਕਰਦਾ ਸੀ। ਘਰ ਵਿੱਚ ਪਦਾਰਥਾਂ ਦੀ ਕੋਈ ਕਮੀ ਨਹੀਂ ਸੀ। ਪਿਛਲਾ ਪਿੰਡ ਸੇਮਾ ਸੀ, ਪਰ ਹੁਣ ਰਿਹਾਇਸ਼ ਮਾਹੂਆਣੇ ਨਗਰ ਵਿੱਚ ਸੀ। ਇੱਕ ਵਾਰ ਉਹ ਸੇਵਾ ਵਿੱਚ ਹਾਜ਼ਰ ਬੈਠੇ ਸੀ। ਬਾਬਾ ਜੀ ਪ੍ਰਸੰਨ ਬੈਠੇ ਸਨ। ਹਜ਼ੂਰ ਨੇ ਵੀਰ ਸਿੰਘ ਨੂੰ ਪੁੱਛਿਆ, ਕੋਈ ਹੋਰ ਤਾਂ ਨਹੀਂ ਹੈ? ਉਸ ਨੇ ਆਸੇ ਪਾਸੇ ਦੇਖ ਕੇ ਕਿਹਾ, ਮਹਾਰਾਜ ਹੋਰ ਕੋਈ ਨਹੀਂ ਹੈ। ਫਿਰ ਉਸ ਨੂੰ ਨੇੜੇ ਕਰਕੇ ਇੱਕ ਸ਼ਬਦ ਦੱਸਿਆ ਅਤੇ ਸਾਰੀ ਜੁਗਤੀ ਦੱਸੀ ਕਿ ਕਿਸ ਤਰੀਕੇ ਪਾਠ ਕਰਨਾ ਹੈ। ਇਹ ਸਭ ਸਮਝਾ ਕੇ ਬਚਨ ਕੀਤਾ, ਇਸ ਦੇ ਪਾਠ ਕਰਨ ਨਾਲ ਮੁਰਦੇ ਵਿੱਚ ਵੀ ਜਾਨ ਪੈ ਜਾਂਦੀ ਹੈ। ਇਸ ਨੂੰ ਸਾਂਭ ਕੇ ਰੱਖਣਾ ਹੈ, ਵਰਤਣਾ ਨਹੀਂ। ਇਹ ਬੜੀ ਅਮੋਲਕ ਚੀਜ਼ ਹੈ। ਜਨਮਾਂ ਦੀ ਕਮਾਈ ਬਾਅਦ ਇਹ ਵਸਤੂ ਮਿਲਦੀ ਹੈ। ਇਸ ਨੂੰ ਵਰਤਣ ਨਾਲ ਨਿਰੰਕਾਰ ਦੇ ਹੁਕਮ ਦੀ ਉਲੰਘਣਾ ਹੁੰਦੀ ਹੈ, ਨਰਕਾਂ ਵਿੱਚ ਜਾਣਾ ਪੈਂਦਾ ਹੈ। ਵੀਰ ਸਿੰਘ ਨੇ ਸਤ ਬਚਨ ਕਹਿ ਕੇ ਮੱਥਾ ਟੇਕਿਆ।
ਕੁਝ ਦਿਨਾਂ ਬਾਅਦ ਆਗਿਆ ਲੈ ਕੇ ਘਰ ਚਲਾ ਗਿਆ। ਕੁਝ ਸਮੇਂ ਬਾਅਦ ਇੱਕ ਜੰਝ ਇਸ ਦੇ ਪਿੰਡ ਤੋਂ ਵਿਆਹੁਣ ਵਾਸਤੇ ਜਾ ਰਹੀ ਸੀ। ਵੀਰ ਸਿੰਘ ਵੀ ਬਰਾਤ ਵਿੱਚ ਸ਼ਾਮਲ ਸੀ। ਉਸ ਸਮੇਂ ਬਰਾਤ ਘੋੜੇ, ਰੱਥ, ਬੈਲ ਗੱਡੀਆਂ ਅਤੇ ਊਠਾਂ ਉੱਪਰ ਜਾਂਦੀ ਹੁੰਦੀ ਸੀ। ਇੱਕ ਪਿੰਡ ਵਿੱਚੋਂ ਦੀ ਬਰਾਤ ਲੰਘ ਰਹੀ ਸੀ ਤਾਂ ਕੀ ਵੇਖਿਆ ਕਿ ਇੱਕ ਘਰ ਵਿੱਚ ਇਕੱਠ ਹੋਇਆ ਸੀ ਅਤੇ ਰੋਣ ਪਿੱਟਣ ਦੀ ਆਵਾਜ਼ ਆ ਰਹੀ ਸੀ। ਵੀਰ ਸਿੰਘ ਨੇ ਪੁੱਛਿਆ, ਇਹ ਕੀ ਹੋ ਗਿਆ ਹੈ? ਤਾਂ ਬਾਹਰ ਬੈਠੇ ਆਦਮੀਆਂ ਨੇ ਦੱਸਿਆ, ਇਸ ਘਰ ਦਾ ਇਕਲੌਤਾ ਪੁੱਤਰ ਮਰ ਗਿਆ ਹੈ ਜੋ ਅਜੇ ਕੁਆਰਾ ਸੀ। ਵੀਰ ਸਿੰਘ ਨੇ ਰੱਥ ਵਿੱਚ ਬੈਠੇ ਆਦਮੀਆਂ ਨੂੰ ਨਾਲ ਲਿਆ ਅਤੇ ਉਸ ਮਰਗ ਵਾਲੇ ਘਰ ਚਲੇ ਗਏ। ਭਾਈ ਜੀ ਨੇ ਰੋਣ ਵਾਲਿਆਂ ਨੂੰ ਚੁੱਪ ਕਰਨ ਦਾ ਆਦੇਸ਼ ਦਿੱਤਾ, ਵਾਹਿਗੁਰੂ ਜਪਣ ਦਾ ਹੁਕਮ ਦਿੱਤਾ, ਆਪਣੇ ਇਸ਼ਨਾਨ ਕਰਨ ਲਈ ਪਾਣੀ ਮੰਗਵਾ ਲਿਆ। ਭਾਈ ਵੀਰ ਸਿੰਘ ਨੇ ਇਸ਼ਨਾਨ ਕੀਤਾ। ਇੱਕ ਜਲ ਦਾ ਗੜਵਾ ਮੰਗਵਾ ਕੇ ਮੂੰਹ ਸਿਰ ਢੱਕ ਕੇ ਚਾਦਰ ਦੀ ਬੁੱਕਲ ਮਾਰ ਕੇ ਮ੍ਰਿਤਕ ਕੋਲ ਬੈਠ ਗਏ। ਬਾਬਾ ਜੀ ਦੇ ਦੱਸੇ ਹੋਏ ਸ਼ਬਦ ਦਾ ਜਾਪ ਕੀਤਾ। ਮਰਿਆਦਾ ਪੂਰੀ ਕਰਨ ਉਪਰੰਤ ਮ੍ਰਿਤਕ ਦੇ ਮੂੰਹ ਵਿੱਚ ਜਲ ਪਾਇਆ ਅਤੇ ਉਸ ਦੇ ਸਰੀਰ 'ਤੇ ਛੱਟੇ ਮਾਰੇ। ਮਹਾਂਪੁਰਖਾਂ ਦੇ ਦਿੱਤੇ ਸ਼ਬਦ ਨਾਲ ਸਫਲਤਾ ਤਾਂ ਮਿਲਣੀ ਹੀ ਸੀ। ਉਹ ਨੌਜਵਾਨ ਵਾਹਿਗੁਰੂ ਵਾਹਿਗੁਰੂ ਜਪਦਾ ਉੱਠ ਕੇ ਬੈਠ ਗਿਆ। ਸਾਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਉਪਰੰਤ ਵੀਰ ਸਿੰਘ ਨੂੰ ਤਕਲੀਫ ਹੋਣੀ ਸ਼ੁਰੂ ਹੋ ਗਈ ਜੋ ਕਿ ਅਸਹਿ ਸੀ, ਮਿੰਟ ਮਿੰਟ ਵੱਧ ਰਹੀ ਸੀ। ਵੀਰ ਸਿੰਘ ਦੀ ਹਾਲਤ ਦੇਖ ਬਰਾਤੀਆਂ ਨੇ ਪੁੱਛਿਆ, ਤੈਨੂੰ ਕੀ ਹੋ ਗਿਆ ਹੈ? ਉਸ ਦੇ ਮੂੰਹ ਤੋਂ ਇਹੀ ਨਿਕਲਿਆ, ਛੇਤੀ ਕਰੋ, ਮੇਰੀ ਘੋੜੀ ਲਿਆਓ, ਮੇਰਾ ਸਰੀਰ ਸੜ ਰਿਹਾ ਹੈ। ਘੋੜੀ ਉੱਤੇ ਸਵਾਰ ਹੋ ਕੇ ਤੇਜ਼ੀ ਨਾਲ ਬੜੀ ਮੁਸ਼ਕਿਲ ਨਾਲ ਬਾਬਾ ਜੀ ਤੱਕ ਅੱਪੜਿਆ। ਘੋੜੀ ਜੰਡ ਨਾਲ ਬੰਨੀ ਤੇ ਭੱਜ ਕੇ ਟਿੱਲੇ ਉੱਪਰ ਚੜ੍ਹ ਗਿਆ। ਹਜ਼ੂਰ ਦੇ ਚਰਨਾਂ ਵਿੱਚ ਜਾ ਮੱਥਾ ਟੇਕਿਆ। ਅੰਤਰਜਾਮੀ ਪੁਰਖ ਸੁਆਮੀ, ਅਨਬੋਲਤ ਹੀ ਜਾਨੋ ਹਾਲ। ਸਮਰੱਥ ਬਾਬਾ ਜੀ ਨੇ ਹਾਲਤ ਦੇਖ ਕੇ ਸਿਰ 'ਤੇ ਹੱਥ ਰੱਖ ਦਿੱਤਾ। ਸਰੀਰ ਨੂੰ ਸ਼ਾਂਤੀ ਆਈ ਤਾਂ ਹਜ਼ੂਰ ਨੇ ਬਚਨ ਕੀਤਾ, ਵੀਰ ਸਿੰਘ, ਪਾ ਲਿਆ ਸੇਵੀਆਂ ਵਿੱਚ ਲੂਣ, ਨਾ ਰਹਿ ਸਕਿਆ, ਤੇਰੇ ਕੋਲ ਜਰੀ ਨਾ ਗਈ। ਵੀਰ ਸਿੰਘ ਚਰਨਾਂ ਉੱਤੇ ਢੇਰੀ ਹੋ ਗਿਆ ਤੇ ਬੇਨਤੀ ਕੀਤੀ, ਮਹਾਰਾਜ, ਮੇਰਾ ਸਰੀਰ ਸੜ ਰਿਹਾ ਹੈ, ਮੇਰੇ 'ਤੇ ਕਿਰਪਾ ਕਰੋ। ਹਜ਼ੂਰ ਨੇ ਬਚਨ ਕੀਤਾ, ਹੁਣ ਤੈਨੂੰ ਕੁਝ ਨਹੀਂ ਹੋਣ ਲੱਗਿਆ, ਤੂੰ ਬਚ ਗਿਆ ਹੈ ਕਿਉਂਕਿ ਸਾਡੇ ਪਾਸ ਆ ਗਿਆ ਹੈ। ਤੂੰ ਚੰਗਾ ਨਹੀਂ ਕੀਤਾ, ਬਹੁਤ ਮਾੜਾ ਕਰ ਲਿਆ ਹੈ। ਫਿਰ ਹਜ਼ੂਰ ਨੇ ਉਸ ਦੇ ਸਿਰ ਹੱਥ ਰੱਖਿਆ ਅਤੇ ਜਲ ਛਕਾਇਆ, ਵਾਹਿਗੁਰੂ ਜਪਣ ਵਿੱਚ ਲਾਇਆ। ਤਨ ਮਨ ਦੀ ਸੜਨ ਖਤਮ ਹੋ ਗਈ। ਮਹਾਂ ਤਪਤ ਤੇ ਭਈ ਸ਼ਾਂਤ, ਪਰਸਤ ਪਾਪ ਨਾਠੇ। ਕੁਝ ਦਿਨ ਆਪਣੇ ਪਾਸ ਹਜ਼ੂਰ ਨੇ ਰੱਖਿਆ। ਇੱਕ ਦਿਨ ਆਗਿਆ ਮੰਗਣ 'ਤੇ ਛੁੱਟੀ ਦਿੱਤੀ ਅਤੇ ਹੁਕਮ ਦਿੱਤਾ, ਅੱਗੋਂ ਤੋਂ ਇਹੋ ਜਿਹਾ ਕੰਮ ਨਹੀਂ ਕਰਨਾ। ਇੱਕ ਵਾਰ ਤੈਨੂੰ ਸੇਵਕ ਜਾਣ ਕੇ ਬਖਸ਼ ਦਿੱਤਾ ਹੈ। ਘਰ ਜਾ ਕੇ ਇੱਕ ਅਖੰਡ ਪਾਠ ਅਤੇ ਜੱਗ ਕਰਨਾ ਹੈ। ਵੀਰ ਸਿੰਘ ਸਤ ਬਚਨ ਕਹਿ ਕੇ ਆਗਿਆ ਲੈ ਕੇ ਚਲਾ ਗਿਆ। ਘਰ ਪਹੁੰਚ ਕੇ ਹੁਕਮ ਅਨੁਸਾਰ ਇੱਕ ਅਖੰਡ ਪਾਠ ਕਰਵਾਇਆ ਅਤੇ ਜੱਗ ਕੀਤਾ। ਸਾਰੇ ਪਿੰਡ ਨੂੰ ਭੋਜਨ ਛਕਾਇਆ। ਕੁਝ ਸਮੇਂ ਬਾਅਦ ਵੀਰ ਸਿੰਘ ਦਾ ਲੜਕਾ ਅਚਾਨਕ ਪਰਲੋਕ ਸਿਧਾਰ ਗਿਆ। ਵੀਰ ਸਿੰਘ ਨੇ ਅਕਾਲ ਪੁਰਖ ਦੇ ਭਾਣੇ ਨੂੰ ਪ੍ਰਤੱਖ ਜਾਣ ਲਿਆ।
ਅਤੇ ਸਿਰ ਝੁਕਾ ਕੇ ਮੰਨਿਆ। ਆਪਣੇ ਲੜਕੇ ਦਾ ਸੰਸਕਾਰ ਕਰਵਾਉਣ ਸ਼ਮਸ਼ਾਨ ਘਾਟ ਨਹੀਂ ਗਿਆ, ਆਪਣੇ ਕਮਰੇ ਵਿੱਚ ਇਕਾਂਤ ਬੈਠਾ ਰਿਹਾ। ਬਾਅਦ ਵਿੱਚ ਅਖੀਰ ਤੱਕ ਵੀਰ ਸਿੰਘ ਹਜੂਰ ਦੀ ਸੇਵਾ ਕਰਦਾ ਰਿਹਾ। ਹਜੂਰ ਦੇ ਹੁਕਮ ਤੋਂ ਬਿਨਾਂ ਕੋਈ ਕੰਮ ਨਹੀਂ ਕਰਦਾ ਸੀ। ਜੋ ਤੁਧ ਕਰਨਾ ਸੋ ਕਰ ਪਾਇਆ, ਭਾਣੇ ਵਿੱਚ ਕੋ ਵਿਰਲਾ ਆਇਆ। ਇਹ ਪ੍ਰਸੰਗ ਭਾਈ ਚੰਦਾ ਸਿੰਘ ਤੋਂ ਗੁਲਵੰਤ ਸਿੰਘ ਢਿੱਲੋਂ ਨੇ ਸੁਣਾਇਆ ਅਤੇ ਲਿਖਵਾਇਆ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਮਨੁੱਖੀ ਸਰੀਰ ਦੀ ਹੋਂਦ ਪਰਮਾਤਮਾ ਦੀ ਰਚਨਾ ਹੈ। ਇਸ ਲਈ ਸਰੀਰਕ ਕਸ਼ਟ, ਮਾਨਸਿਕ ਉਤਪਤੀਆਂ ਵੀ ਕਰਨਹਾਰ ਦੀ ਆਪਣੀ ਅਸਚਰਜ ਖੇਡ ਹੈ। ਸਰੀਰਕ ਪੀੜਾ ਦੀ ਨਿਵਰਤੀ ਪ੍ਰਭੂ ਸ਼ਰਨ ਵਿੱਚ ਹੈ। ਨਿਮਰਤਾ ਸਹਿਤ ਬੰਦਨਾ ਤੂਫਾਨ ਵਿੱਚ ਖੜੇ ਬਾਂਸ ਦੇ ਬੂਟੇ ਵਾਂਗ ਤੰਦਰੁਸਤ ਅਤੇ ਅਡੋਲ ਰਹਿੰਦੀ ਹੈ। ਜ਼ਿੰਦਗੀ ਨੂੰ ਦਿਲਚਸਪ ਬਣਾਉਣ ਲਈ ਪਰਮਾਤਮਾ ਨੇ ਦੋ ਪਹਿਲੂ ਇਨਸਾਨ ਦੇ ਆਂਗਣ ਲਿਆ ਖੜੇ ਕੀਤੇ ਹਨ। ਖੁਸ਼ੀ ਨਾਲ ਗਮੀ, ਸੁੱਖ ਦਾ ਬਦਲ ਦੁੱਖ, ਤੰਦਰੁਸਤੀ ਦੀ ਯਾਦ ਰੋਗ ਪੈਦਾ ਕਰਦੀ ਹੈ। ਗੁਰਮੁਖ ਦਾ ਨਿੰਦਕ ਮਨਮੁਖ ਵੀ ਸੱਚੇ ਦੀ ਦਾਤ ਹੈ। ਪਰ ਇਹਨਾਂ ਸਾਰਿਆਂ ਨੂੰ ਰੱਦੋ ਬਦਲ ਕਰਨਾ ਵੀ ਪਰਮੇਸ਼ਰ ਦੇ ਆਇਨੇ ਵਿੱਚ ਹੈ। ਭਾਈ ਵਰਿਆਮ ਸਿੰਘ ਬਾਬਾ ਜੀ ਦਾ ਪੁਰਾਣਾ ਸੇਵਕ ਅਤੇ ਪਾਠੀ ਸੀ। ਹਜੂਰ ਦੀ ਕਿਰਪਾ ਦ੍ਰਿਸ਼ਟੀ ਸਦਕਾ ਹੀ ਉਹਨਾਂ ਦੇ ਪੁੱਤਰ ਚੰਦਾ ਸਿੰਘ ਨੇ ਸੰਸਾਰੀ ਜ਼ਿੰਦਗੀ ਜਿਉਣ ਲਈ ਅੱਖ ਖੋਲ੍ਹੀ ਸੀ। ਇੱਕ ਦਿਨ ਭਾਈ ਚੰਦਾ ਸਿੰਘ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਪਿੰਡ ਵਿੱਚ ਦਵਾਈ ਆਦਿ ਕਰਨ ਨਾਲ ਜਦ ਕੋਈ ਸਫਲਤਾ ਨਾ ਮਿਲੀ ਤਾਂ ਇਲਾਜ ਲਈ ਇਹਨਾਂ ਨੂੰ ਬਠਿੰਡੇ ਲੈ ਗਏ। ਡਾਕਟਰਾਂ ਨੇ ਦਵਾਈ ਨਾਲ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦ ਕੋਈ ਸਫਲਤਾ ਨਾ ਮਿਲੀ ਤਾਂ ਡਾਕਟਰਾਂ ਨੇ ਕਿਹਾ ਇਹਨਾਂ ਦਾ ਆਪਰੇਸ਼ਨ ਕਰਨਾ ਪਵੇਗਾ। ਆਪਰੇਸ਼ਨ ਤੋਂ ਡਰਦੇ ਵਰਿਆਮ ਸਿੰਘ ਨੇ ਬਾਬਾ ਜੀ ਪਾਸ ਬੇਨਤੀ ਕੀਤੀ, ਮਹਾਰਾਜ ਤੁਹਾਡਾ ਚੰਦਾ ਸਿੰਘ ਬਿਮਾਰ ਹੈ, ਉਸ ਦੇ ਠੀਕ ਹੋਣ ਦੀ ਕੋਈ ਉਮੀਦ ਨਹੀਂ ਰਹੀ। ਡਾਕਟਰ ਆਪਰੇਸ਼ਨ ਕਰਨ ਨੂੰ ਕਹਿੰਦੇ ਹਨ, ਆਪ ਹੀ ਕਿਰਪਾ ਕਰੋ। ਹਜੂਰ ਨੇ ਸੁਣ ਕੇ ਬਚਨ ਕੀਤਾ, ਡਾਕਟਰਾਂ ਪਿੱਛੇ ਨਹੀਂ ਲੱਗੀਦਾ। ਉਸ ਨੂੰ ਕੀ ਹੋਇਆ ਹੈ? ਠੀਕ ਹੈ, ਕੱਲ੍ਹ ਨੂੰ ਘਰ ਆ ਜਾਵੇਗਾ। ਉਸ ਰਾਤ ਹੀ ਚੰਦਾ ਸਿੰਘ ਨੂੰ ਨੀਂਦ ਆ ਗਈ। ਉਸ ਨੂੰ ਸੁਪਨੇ ਵਿੱਚ ਦਿਖਾਈ ਦਿੱਤਾ ਕਿ ਬਾਬਾ ਜੀ ਉਸ ਦੇ ਸਰੀਰ ਉੱਤੇ ਹੱਥ ਫੇਰ ਰਹੇ ਹਨ। ਜਦੋਂ ਚੰਦਾ ਸਿੰਘ ਨੂੰ ਜਾਗ ਖੁੱਲ੍ਹੀ ਤਾਂ ਪਿਸ਼ਾਬ ਦਾ ਬੰਨ ਵੀ ਖੁੱਲ੍ਹ ਗਿਆ ਅਤੇ ਤੰਦਰੁਸਤ ਹੋ ਗਿਆ। ਸਵੇਰੇ ਡਾਕਟਰ ਆਪਰੇਸ਼ਨ ਕਰਨ ਲਈ ਆਇਆ ਤਾਂ ਦੇਖ ਕੇ ਹੈਰਾਨ ਹੋ ਗਿਆ ਕਿ ਚੰਦਾ ਸਿੰਘ ਅਰੋਗ ਹੋ ਗਿਆ ਹੈ। ਡਾਕਟਰ ਹੈਰਾਨ ਹੋਇਆ ਕਿ ਇਹ ਕੋਈ ਕਰਿਸ਼ਮਾ ਪਰਮਾਤਮਾ ਵੱਲੋਂ ਹੈ। ਡਾਕਟਰਾਂ ਨੇ ਛੁੱਟੀ ਦੇ ਦਿੱਤੀ ਤੇ ਉਹ ਬਾਬਾ ਜੀ ਕੋਲ ਆ ਗਏ। ਭਾਈ ਵਰਿਆਮ ਸਿੰਘ ਚੰਦਾ ਸਿੰਘ ਨੂੰ ਲੈ ਕੇ ਬਾਬਾ ਜੀ ਪਾਸ ਆ ਕੇ ਕਹਿਣ ਲੱਗਾ, ਆ ਲਵੋ ਆਪਣੇ ਚੰਦੇ ਨੂੰ। ਹਜੂਰ ਨੇ ਬਚਨ ਕੀਤਾ, ਵਰਿਆਮ ਸਿੰਘ ਤੂੰ ਆਖਦਾ ਸੀ ਤੁਹਾਡਾ ਚੰਦਾ ਸਿੰਘ ਬਚਦਾ ਨਹੀਂ, ਇਹ ਸਾਡਾ ਹੀ ਹੈ ਪਰ ਤੇਰੇ ਕੋਲ ਰਹੇਗਾ। ਸਾਡਾ ਕਰਕੇ ਤਾਂ ਆਰਾਮ ਆ ਗਿਆ, ਪੁੱਛ ਲੈ ਇਸ ਨਾਲ ਕੀ ਬੀਤੀ ਹੈ। ਇਸ ਤੋਂ ਉਪਰੰਤ ਚੰਦਾ ਸਿੰਘ ਨੇ ਰਾਤ ਦੀ ਹੱਡ ਬੀਤੀ ਸੁਣਾਈ। ਸੁਣ ਕੇ ਵਰਿਆਮ ਸਿੰਘ ਨੇ ਹਜੂਰ ਦੇ ਚਰਨਾਂ 'ਤੇ ਮੱਥਾ ਟੇਕਿਆ ਤੇ ਕਿਹਾ, ਉਸਤਤ ਕਹਿਣ ਨਾ ਜਾਏ ਮੁਖੋਂ ਤੁਹਾਰੀਆਂ। ਇਹ ਬਚਨ ਜੋਗਿੰਦਰ ਸਿੰਘ ਢਿੱਲੋਂ ਉਰਫ ਕਾਕਾ ਜੀ ਤੋਂ ਮਿਲਿਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।